साखी का हिंदी वर्जन देखने के लिए डिस्क्रिप्शन देखें। जिवें कि तुसी जानते हो कि श्री गुरु नानक देव जी बचपन तो ही मोह माया ਅਤੇ ਦੁਨੀਆਦਾਰੀ ਤੋਂ ਦੂਰ ਸਨ। ਇਸੇ ਕਾਰਨ ਉਹਨਾਂ ਦੇ ਪਿਤਾ ਮਹਿਤਾ ਕਾਲੂ ਜੀ ਬਹੁਤ ਚਿੰਤਿਤ ਸਨ। ਇੱਕ ਦਿਨ ਉਹਨਾਂ ਦੇ ਪਿਤਾ ਨੇ ਉਹਨਾਂ ਨੂੰ ਬੜੇ ਪਿਆਰ ਨਾਲ ਬੁਲਾਇਆ ਅਤੇ ਕਿਹਾ, ਨਾਨਕ ਤੁਸੀਂ ਮੇਰੇ ਇੱਕੋ ਪੁੱਤਰ ਹੋ, ਮੇਰੀ ਅੱਖਾਂ ਦਾ ਤਾਰਾ ਹੋ। ਤੁਸੀਂ ਆਪਣਾ ਜੀਵਨ ਐਵੇਂ ਬਤੀਤ ਕਰ ਰਹੇ ਹੋ ਜਿਵੇਂ ਕੋਈ ਸੰਨਿਆਸੀ ਹੋਵੇ ਤੇ ਮੈਨੂੰ ਪਤਾ ਹੈ ਤੁਸੀਂ ਪਰਿਵਾਰ ਵਿੱਚ ਘੁਲ ਮਿਲ ਕੇ ਰਹਿਣ ਦਾ ਯਤਨ ਕਰ ਰਹੇ ਹੋ। ਮੇਰਾ ਪੂਰਾ ਵਿਸ਼ਵਾਸ ਹੈ ਕਿ ਤੁਸੀਂ ਇੱਕ ਚੰਗੇ ਵਪਾਰੀ ਬਣੋਗੇ ਅਤੇ ਕੁਲ ਦਾ ਨਾਮ ਰੋਸ਼ਨ ਕਰੋਗੇ। ਮੈਂ ਤੁਹਾਨੂੰ ਕਈ ਤਰ੍ਹਾਂ ਦੇ ਕੰਮ ਕਰਨ ਲਈ ਕਿਹਾ ਪਰ ਤੁਸੀਂ ਮੈਨੂੰ ਹਮੇਸ਼ਾ ਨਿਰਾਸ਼ ਹੀ ਕੀਤਾ ਹੈ। ਮੈਂ ਆਸ ਕਰਦਾ ਹਾਂ ਕਿ ਤੁਸੀਂ ਮੈਨੂੰ ਇਸ ਵਾਰ ਨਿਰਾਸ਼ ਨਹੀਂ ਕਰੋਗੇ। ਗੁਰੂ ਨਾਨਕ ਦੇਵ ਜੀ ਨੇ ਆਪਣੇ ਪਿਤਾ ਜੀ ਦੀ ਗੱਲ ਬੜੇ ਧਿਆਨ ਨਾਲ ਸੁਣੀ ਅਤੇ ਉਹਨਾਂ ਨੂੰ ਕਿਹਾ, ਪਿਤਾ ਜੀ ਆਪ ਉਦਾਸ ਅਤੇ ਮਾਯੂਸ ਹੁੰਦੇ ਹੋ ਪਰ ਮੇਰੇ ਹੱਥ ਵਿੱਚ ਕੁਝ ਵੀ ਨਹੀਂ। ਜੋ ਹੋ ਰਿਹਾ ਏ ਉਹ ਤਾਂ ਈਸ਼ਵਰ ਦੀ ਰਜ਼ਾ ਵਿੱਚ ਹੋ ਰਿਹਾ ਹੈ। ਜੇਕਰ ਕੋਈ ਗੱਲ ਆਪ ਜੀ ਨੂੰ ਬੁਰੀ ਲੱਗੀ ਹੋਵੇ ਤਾਂ ਮੈਂ ਆਪ ਜੀ ਤੋਂ ਖਿਮਾ ਮੰਗਦਾ ਹਾਂ। ਇਸ ਤੋਂ ਇਲਾਵਾ ਆਪ ਜੀ ਨੇ ਮੈਨੂੰ ਜਿਵੇਂ ਆਦੇਸ਼ ਦਿੱਤਾ ਹੈ ਮੈਂ ਪੂਰੀ ਕੋਸ਼ਿਸ਼ ਕਰਾਂਗਾ ਕਿ ਉਸ ਆਦੇਸ਼ ਦੀ ਪਾਲਣਾ ਹੋਵੇ। ਸ਼੍ਰੀ ਮਹਿਤਾ ਕਾਲੂ ਜੀ ਇਹ ਸੁਣ ਕੇ ਬੜੇ ਪ੍ਰਸੰਨ ਹੋਏ ਅਤੇ ਉਹਨਾਂ ਨੂੰ ਲੱਗਿਆ ਕਿ ਉਹਨਾਂ ਦਾ ਪੁੱਤਰ ਹੁਣ ਸਹੀ ਰਸਤੇ ਤੇ ਹੈ। ਸ਼ਾਬਾਸ਼ ਬੇਟਾ, ਜਾਓ ਅਤੇ ਕੁਝ ਪੈਸੇ ਰੱਖ ਲਿਓ। ਦੂਜੇ ਸ਼ਹਿਰ ਜਾ ਕਰ ਕੁਝ ਸਸਤਾ ਤੇ ਖਰਾ ਸੌਦਾ ਕਰੋ। ਸ਼ੁਰੂਆਤ ਵਿੱਚ ਥੋੜੇ ਤੋਂ ਸ਼ੁਰੂ ਕਰਨਾ ਤੇ ਉਸ ਪਿੱਛੋਂ ਆਪਣਾ ਵਪਾਰ ਵਧਾਣਾ। ਇਹਨਾਂ ਰੁਪਿਆਂ ਨਾਲ ਪ੍ਰਦੇਸ਼ ਜਾ ਕੇ ਸੌਦਾ ਖਰੀਦ ਕੇ ਲਾਓ ਅਤੇ ਉਸ ਨੂੰ ਮੰਡੀ ਵਿੱਚ ਮੁਨਾਫੇ ਨਾਲ ਵੇਚੋ। ਖਰਾ ਸੌਦਾ ਕਰਕੇ ਆਣਾ ਔਰ ਹਾਂ, ਬਾਲੇ ਨੂੰ ਵੀ ਨਾਲ ਲੈ ਜਾਣਾ। ਦੋਨਾਂ ਇਕੱਠੇ ਰਹੋਗੇ ਤਾਂ ਚੰਗਾ ਹੋਵੇਗਾ। ਗੁਰੂ ਜੀ ਪਰਦੇਸ ਨੂੰ ਖਰਾ ਸੌਦਾ ਕਰਨ ਲਈ ਭਾਈ ਬਾਲਾ ਜੀ ਦੇ ਨਾਲ ਚੱਲ ਪਏ। ਰਸਤੇ ਵਿੱਚ ਉਹਨਾਂ ਨੂੰ ਇੱਕ ਬਾਗ ਦਿਖਾਈ ਦਿੱਤਾ। ਉੱਥੇ ਵੱਡੇ ਵੱਡੇ ਦਰਖਤ ਸਨ। ਕੋਈ ਸਾਧੂ ਦਰਖਤ ਤੇ ਉਲਟਾ ਹੋ ਕੇ, ਕੋਈ ਇੱਕ ਪੈਰ ਤੇ ਖੜਾ ਹੋ ਕੇ ਤੇ ਕੋਈ ਬੈਠ ਕੇ ਘੋਰ ਤਪੱਸਿਆ ਕਰ ਰਿਹਾ ਸੀ। ਉਹਨਾਂ ਸਾਧੂਆਂ ਦੇ ਇੱਕ ਮੁਖੀ ਸਾਧੂ ਸਨ। ਗੁਰੂ ਜੀ ਉਹਨਾਂ ਕੋਲ ਜਾ ਕੇ ਬੈਠ ਗਏ। ਉਹਨਾਂ ਨੂੰ ਕਹਿਣ ਲੱਗੇ, ਹੇ ਮਹਾਂਪੁਰਸ਼ੋ, ਇੰਨੀ ਠੰਡ ਹੈ, ਆਪ ਸਾਰੇ ਨਿਵਸਤਰ ਹੋ। ਇੱਥੇ ਤਾਂ ਭੋਜਨ ਦਾ ਵੀ ਕੋਈ ਪ੍ਰਬੰਧ ਨਜ਼ਰ ਨਹੀਂ ਆ ਰਿਹਾ ਕਿ ਆਪ ਆਪਣਾ ਜੀਵਨ ਇੱਥੇ ਖੁਸ਼ੀ ਨਾਲ ਬਿਤਾ ਰਹੇ ਹੋ ਜਾਂ ਫਿਰ ਕੋਈ ਮਜਬੂਰੀ ਹੈ। ਓ ਬਾਲਕ, ਸਾਡੇ ਕੋਲ ਵੀ ਸਾਰਾ ਕੁਝ ਸੀ। ਅਸੀਂ ਵੀ ਤੁਹਾਡੇ ਵਾਂਗ ਸੀ। ਅਸੀਂ ਆਪਣੇ ਪਰਿਵਾਰ ਨਾਲ ਰਹਿ ਰਹੇ ਸੀ ਪਰ ਅਸੀਂ ਆਪਣਾ ਪਰਿਵਾਰ ਤਿਆਗ ਦਿੱਤਾ। ਪਰਿਵਾਰਿਕ ਜੀਵਨ ਮੋਹ ਮਾਇਆ ਹੈ ਅਤੇ ਅਸੀਂ ਇਕਾਂਤਵਾਸੀ ਹਨ। ਇਸ ਲਈ ਪਰਿਵਾਰਿਕ ਜੀਵਨ ਤੋਂ ਦੂਰ ਅਸੀਂ ਇੱਥੇ ਇਕਾਂਤ ਵਿੱਚ ਤਪੱਸਿਆ ਕਰ ਰਹੇ ਹਾਂ। ਆਪ ਕਿੰਨੇ ਦਿਨਾਂ ਤੋਂ ਇੱਥੇ ਭੁੱਖੇ ਰਹਿ ਰਹੇ ਹੋ? ਉਹ ਪਿਆਰੇ ਬਾਲਕ, ਸਾਨੂੰ ਇਹ ਪ੍ਰਸ਼ਨ ਨਾ ਪੁੱਛੋ। ਅਸੀਂ ਭੋਜਨ ਨੂੰ ਦੇਖਣਾ ਨਹੀਂ ਚਾਹੁੰਦੇ। ਜੋ ਕੁਝ ਈਸ਼ਵਰ ਦੀ ਮਰਜ਼ੀ ਨਾਲ ਆਉਂਦਾ ਹੈ ਅਸੀਂ ਖਾ ਲੈਂਦੇ ਹਾਂ, ਨਹੀਂ ਤਾਂ ਵਰਤ ਰੱਖ ਕੇ ਤਪੱਸਿਆ ਕਰਦੇ ਹਾਂ। ਆਹ ਸਾਡੇ ਉਪਵਾਸ ਦਾ 7ਵਾਂ ਦਿਨ ਹੈ। ਇਹ ਸੁਣ ਕੇ ਗੁਰੂ ਜੀ ਦਾ ਮੋਮ ਵਰਗਾ ਹਿਰਦਾ ਪਿਘਲ ਗਿਆ ਅਤੇ ਉਹਨਾਂ ਨੇ ਸੋਚਿਆ ਕਿ ਇਹ ਸਾਰੇ 7 ਦਿਨਾਂ ਤੋਂ ਭੁੱਖੇ ਹਨ ਅਤੇ ਆਸ-ਪਾਸ ਦੇ ਪਿੰਡਾਂ ਵਿੱਚ ਜਾ ਕੇ ਇਹ ਭੋਜਨ ਭਿੱਖਿਆ ਵਿੱਚ ਨਹੀਂ ਮੰਗਣਗੇ। ਕਿਉਂ ਨਾ ਕਿਸੇ ਨੇੜੇ ਦੇ ਪਿੰਡ ਜਾ ਕੇ ਇਹਨਾਂ ਲਈ ਭੋਜਨ ਖਰੀਦਿਆ ਜਾਵੇ। ਗੁਰੂ ਜੀ ਨੇ ਸਾਧੂ ਨੂੰ ਪੁੱਛਿਆ, ਉਹ ਸੰਤ, ਆਪ ਜੀ ਦਾ ਕੀ ਨਾਮ ਹੈ? ਮੇਰਾ ਨਾਮ ਸੰਤ ਰੈਣ ਹੈ ਤੇ ਮੈਂ ਇਸ ਮੱਠ ਦਾ ਮੁਖੀਆ ਹਾਂ। ਗੁਰੂ ਜੀ ਸੰਤ ਨੂੰ ਕਹਿਣ ਲੱਗੇ, ਜੇਕਰ ਮੈਂ ਆਪ ਜੀ ਲਈ ਭੋਜਨ ਲੈ ਕੇ ਆਵਾਂ ਤਾਂ ਕੀ ਤੁਸੀਂ ਭੋਜਨ ਛਕੋਗੇ? ਅਭੀ ਤੁਸੀਂ ਕਿਸ਼ੋਰ ਹੋ, ਤੁਹਾਨੂੰ ਜ਼ਰੂਰ ਹੀ ਪੈਸੇ ਤੁਹਾਡੇ ਪਿਤਾ ਨੇ ਦਿੱਤੇ ਹੋਣਗੇ। ਤੁਸੀਂ ਸਾਡੀ ਚਿੰਤਾ ਨਾ ਕਰੋ, ਸਾਨੂੰ ਸਾਡੇ ਹਾਲ ਤੇ ਛੱਡ ਦਿਓ। ਗੁਰੂ ਜੀ ਦਾ ਦਿਲ ਉਹਨਾਂ ਦੀਆਂ ਗੱਲਾਂ ਸੁਣ ਕੇ ਪਸੀਜ ਰਿਹਾ ਸੀ ਅਤੇ ਉਹ ਸੋਚਣ ਲੱਗੇ, ਇਹ ਸਾਰੇ ਪਰਮਾਤਮਾ ਤੇ ਆਸ ਲਗਾ ਕੇ ਬੈਠੇ ਹਨ ਕਿ ਇਹਨਾਂ ਨੂੰ ਪਰਮਾਤਮਾ ਭੋਜਨ ਭੇਜੇਗਾ। ਪੂਰੇ 7 ਦਿਨਾਂ ਤੋਂ ਭੁੱਖੇ ਹਨ। ਮੈਂ ਇਹਨਾਂ ਨੂੰ ਭੁੱਖਾ ਛੱਡ ਕੇ ਕਿਵੇਂ ਜਾਵਾਂ? ਮਨੁੱਖ ਦੀਆਂ 4 ਸਭ ਤੋਂ ਵੱਡੀਆਂ ਪੀੜਾਂ ਹਨ। ਪਹਿਲੀ ਪੀੜਾ ਅਲਗਾਵ ਭਾਵ ਆਪਣਿਆਂ ਤੋਂ ਵਿਛੜਨਾ, ਦੂਜੀ ਭੁੱਖ, ਤੀਜੀ ਬਿਮਾਰ ਸਰੀਰ ਅਤੇ ਚੌਥੀ ਮੌਤ ਦਾ ਇੰਤਜ਼ਾਰ। ਗੁਰੂ ਜੀ ਨੇ ਆਪਣੀ ਜੇਬ ਤੋਂ 20 ਰੁਪਏ ਕੱਢ ਕੇ ਸਾਧੂਆਂ ਦੇ ਚਰਨਾਂ ਵਿੱਚ ਰੱਖ ਦਿੱਤੇ ਅਤੇ ਉਹਨਾਂ ਨੂੰ ਕਿਹਾ, ਇਹ ਰੁਪਏ ਮੈਨੂੰ ਅੱਜ ਹੀ ਮਿਲੇ ਹਨ। ਆਪ ਇਹਨਾਂ ਨੂੰ ਸਵੀਕਾਰ ਕਰੋ ਅਤੇ ਭੋਜਨ ਕਰੋ। ਅਜੀ ਤੁਸੀਂ ਕਿਸ਼ੋਰ ਹੋ, ਤੁਹਾਡਾ ਦਿਲ ਬਹੁਤ ਵੱਡਾ ਹੈ। ਤੁਹਾਡੇ ਪਿਤਾ ਨੇ ਇਹ ਪੈਸੇ ਜ਼ਰੂਰ ਕਿਸੇ ਹੋਰ ਕੰਮ ਲਈ ਦਿੱਤੇ ਹੋਣਗੇ। ਜੇਕਰ ਤੁਸੀਂ ਇਹ ਸਾਨੂੰ ਦੇ ਦਿੱਤਾ ਤਾਂ ਤੁਹਾਡੇ ਪਿਤਾ ਤੁਹਾਡੇ ਤੇ ਬਹੁਤ ਨਾਰਾਜ਼ ਹੋਣਗੇ। ਈਸ਼ਵਰ ਸਾਡੀ ਰੱਖਿਆ ਕਰਨਗੇ। ਤੁਸੀਂ ਕਸ਼ਟ ਨਾ ਉਠਾਓ। ਗੁਰੂ ਜੀ ਮੁਸਕੁਰਾਏ
ਅਤੇ ਕਹਿਣ ਲੱਗੇ, ਸਾਡੇ ਸਰੀਰ ਵਿੱਚ ਕਸ਼ਟ ਸਹਿਣ ਦੀ ਸ਼ਕਤੀ ਹੋਣੀ ਚਾਹੀਦੀ ਹੈ। ਦਿਮਾਗ ਨੂੰ ਇਹੀ ਸਿਖਾਉਣਾ ਚਾਹੀਦਾ ਹੈ ਕਿ ਕਿਵੇਂ ਹੋਰਾਂ ਨਾਲ ਪਿਆਰ ਕੀਤਾ ਜਾਵੇ ਅਤੇ ਜੋ ਹੋਣਾ ਹੈ ਉਹ ਹੋ ਕੇ ਹੀ ਰਹੇਗਾ। ਪਰ ਚੰਗੇ ਕਰਮ ਕਰਨ ਦਾ ਸਮਾਂ ਬਾਰ-ਬਾਰ ਨਹੀਂ ਆਉਂਦਾ। ਆਪ ਜੀ ਇਹਨਾਂ ਪੈਸਿਆਂ ਨਾਲ ਆਪਣੇ ਅਤੇ ਆਪਣੇ ਸਾਥੀਆਂ ਲਈ ਭੋਜਨ ਲੈ ਲਵੋ। ਜੇਕਰ ਤੁਸੀਂ ਇੰਨਾ ਕਹਿ ਰਹੇ ਹੋ ਤਾਂ ਅਸੀਂ ਪੈਸਾ ਤਾਂ ਨਹੀਂ ਲਵਾਂਗੇ, ਪਰ ਤੁਸੀਂ ਇਹਨਾਂ ਪੈਸਾ ਦੇ ਨਾਲ ਸਾਡੇ ਲਈ ਭੋਜਨ ਦੀ ਸਮੱਗਰੀ ਲੈ ਆਓ, ਅਸੀਂ ਖੁਦ ਹੀ ਭੋਜਨ ਪਕਾ ਲਵਾਂਗੇ। ਇਹ ਕਹਿ ਕੇ ਸਾਧੂ ਫਿਰ ਧਿਆਨ ਵਿੱਚ ਮਗਨ ਹੋ ਗਏ। ਗੁਰੂ ਜੀ ਭੋਜਨ ਦੀ ਸਮੱਗਰੀ ਲੈਣ ਲਈ ਬਾਜ਼ਾਰ ਪਹੁੰਚੇ। ਭਾਈ ਬਾਲਾ ਜੀ ਨੇ ਗੁਰੂ ਜੀ ਨੂੰ ਬਹੁਤ ਮਨਾ ਕੀਤਾ, ਪਰ ਗੁਰੂ ਜੀ ਨੇ ਉਹਨਾਂ ਦੀ ਇੱਕ ਨਾ ਸੁਣੀ। ਜਦੋਂ ਗੁਰੂ ਜੀ ਸਮੱਗਰੀ ਲੈ ਕੇ ਆਏ ਤਾਂ ਸੰਤ ਨੇ ਅੱਖਾਂ ਖੋਲੀਆਂ ਅਤੇ ਉਹਨਾਂ ਨੂੰ ਇਹ ਆਭਾਸ ਹੋਇਆ ਕਿ ਗੁਰੂ ਜੀ ਕੋਈ ਆਮ ਬਾਲਕ ਨਹੀਂ ਹਨ। हे ईश्वर, ਮੈਨੂੰ ਆਭਾਸ ਹੋ ਰਿਹਾ ਹੈ, ਤੁਸੀਂ ਇੱਥੋਂ ਜਾ ਸਕਦੇ ਹੋ, ਭੋਜਨ ਅਸੀਂ ਪਕਾ ਲਵਾਂਗੇ। ਜਦੋਂ ਗੁਰੂ ਜੀ ਉੱਥੋਂ ਚਲੇ ਗਏ ਤਾਂ ਇੱਕ ਸਾਧੂ ਨੇ ਮੁੱਖ ਸਾਧੂ ਨੂੰ ਪੁੱਛਿਆ, ਸਾਧੂ ਮਹਾਰਾਜ, ਇਹ ਬਾਲਕ ਕਿੰਨੇ ਨਰਮ ਹਿਰਦੇ ਅਤੇ ਸੰਤ ਸੁਭਾਅ ਦਾ ਹੈ, ਇਸ ਨੂੰ ਤਾਂ ਸਾਡੇ ਨਾਲ ਹੋਣਾ ਚਾਹੀਦਾ ਹੈ। ਆਪ ਨੇ ਇਸ ਨੂੰ ਇੱਥੋਂ ਜਾਣ ਲਈ ਕਿਉਂ ਕਿਹਾ? ਇਹ ਬਾਲਕ ਗੁਰੂਆਂ ਦਾ ਗੁਰੂ ਹੈ, ਇਸ ਨੂੰ ਈਸ਼ਵਰ ਨੇ ਲੋਕਾਂ ਦੇ ਕਸ਼ਟ ਦੂਰ ਕਰਨ ਲਈ ਭੇਜਿਆ ਹੈ। ਉਹ ਸਾਡੇ ਉਧਾਰ ਲਈ ਨਹੀਂ, ਦੁਨੀਆ ਦੇ ਉਧਾਰ ਲਈ ਆਇਆ ਹੈ। ਇਹ ਚੰਗਾ ਨਹੀਂ ਹੁੰਦਾ ਅਸੀਂ ਇਸ ਈਸ਼ਵਰੀਏ ਬਾਲਕ ਤੋਂ ਆਪਣੀ ਸੇਵਾ ਕਰਵਾਉਂਦੇ। ਦੂਜੇ ਪਾਸੇ ਤਲਵੰਡੀ ਜਾਂਦੇ ਹੋਏ ਭਾਈ ਬਾਲਾ ਜੀ ਨੂੰ ਗੁਰੂ ਜੀ ਨੇ ਕਿਹਾ, ਬਾਲਾ, ਅਸੀਂ ਪਿਤਾ ਜੀ ਨੂੰ ਕੀ ਦਸੀਏ? ਪਿਤਾ ਜੀ ਇਸ ਗੱਲ ਲਈ ਕਦੇ ਵੀ ਰਾਜੀ ਨਹੀਂ ਹੋਣਗੇ। ਜੋ ਮੈਂ ਅੱਜ ਕੀਤਾ ਹੈ ਉਹ ਖਰਾ ਸੌਦਾ ਸੀ। ਜੋ ਆਪ ਜੀ ਨੇ ਕੀਤਾ ਉਸ ਵਿੱਚ ਮੇਰਾ ਕੋਈ ਦੋਸ਼ ਨਹੀਂ ਹੈ। ਮੈਂ ਆਪ ਜੀ ਨੂੰ ਰੋਕਿਆ ਸੀ, ਪਰ ਆਪ ਜੀ ਮਾਲਿਕ ਹਾਂ ਤੇ ਮੈਂ ਨੌਕਰ। ਮੈਂ ਰੋਕਣ ਤੋਂ ਬਿਨਾਂ ਹੋਰ ਕੀ ਕਰ ਸਕਦਾ ਸੀ? ਭਾਈ ਬਾਲਾ ਜੀ ਆਪਣੇ ਘਰ ਵੱਲ ਚਲੇ ਗਏ ਤੇ ਗੁਰੂ ਜੀ ਆਪਣੇ ਘਰ ਵੱਲ। ਰਾਤ ਹੋ ਗਈ। ਗੁਰੂ ਜੀ ਨੇ ਵਿਸ਼ਰਾਮ ਕੀਤਾ। ਸਵੇਰ ਹੋ ਚੁੱਕੀ ਸੀ। ਗੁਰੂ ਨਾਨਕ ਦੇਵ ਜੀ ਦੇ ਮਾਤਾ ਪਿਤਾ ਜੀ ਨੂੰ ਇਹ ਪਤਾ ਲੱਗਿਆ ਕਿ ਭਾਈ ਬਾਲਾ ਤਾਂ ਆਪਣੇ ਘਰ ਚਲੇ ਗਏ ਹਨ, ਪਰ ਗੁਰੂ ਜੀ ਅਜੇ ਘਰ ਨਹੀਂ ਪਹੁੰਚੇ। ਨਾਨਕ ਦੀ ਮਾਂ, ਆਪਣਾ ਬੇਟਾ ਕਿੱਥੇ ਗਿਆ? ਬਾਲਾ ਤਾਂ ਰਾਤ ਨੂੰ ਹੀ ਘਰ ਵਾਪਸ ਆ ਗਿਆ ਸੀ, ਪਰ ਨਾਨਕ ਨਹੀਂ ਆਇਆ। ਨਾਨਕ ਨੇ ਬਾਲਾ ਨੂੰ ਆਪਣੇ ਨਾਲ ਕਿਉਂ ਨਹੀਂ ਰੱਖਿਆ? ਕੀ ਉਸ ਦੀ ਤੇ ਬਾਲਾ ਦੀ ਲੜਾਈ ਹੋ ਗਈ ਜਾਂ ਉਹ ਕਿੱਥੇ ਕहीं ਗੁੰਮ ਹੋ ਗਿਆ ਹੈ? ਭਾਈ ਬਾਲਾ ਜੀ ਨੂੰ ਬੁਲਾਇਆ ਗਿਆ। ਭਾਈ ਬਾਲਾ ਜੀ ਨੇ ਸਾਰੀ ਘਟਨਾ ਮਹਿਤਾ ਕਾਲੂ ਜੀ ਨੂੰ ਦੱਸੀ। ਗੁਰੂ ਜੀ ਨੂੰ ਲੱਭਣ ਲਈ ਸਾਰੇ ਲੋਕ ਸੁੱਕੇ ਤਲਾਬ ਵੱਲ ਚਲੇ ਗਏ। ਗੁਰੂ ਜੀ ਉੱਥੇ ਈਸ਼ਵਰ ਦੇ ਧਿਆਨ ਵਿੱਚ ਲੀਨ ਸਨ। ਸ਼੍ਰੀ ਮਹਿਤਾ ਕਾਲੂ ਜੀ ਨੇ ਗੁਰੂ ਜੀ ਦਾ ਹੱਥ ਫੜ ਕੇ ਉਹਨਾਂ ਨੂੰ ਖੜਾ ਕਰ ਦਿੱਤਾ। ਉਹ ਨਲਾਇਕ, ਤੂੰ ਕੋਈ ਕੰਮ ਸਹੀ ਤਰੀਕੇ ਸੇ ਨਹੀਂ ਕਰ ਸਕਦਾ। ਇੱਥੇ ਬੈਠ ਕੇ ਧਿਆਨ ਕਰ ਰਹੇ ਹੋ। ਮੈਨੂੰ ਇਹ ਦੱਸੋ, ਮੇਰੇ ਰੁਪਏ ਕਿੱਥੇ ਹਨ ਜੋ ਮੈਂ ਤੁਹਾਨੂੰ ਦਿੱਤੇ ਸੀ ਖਰਾ ਸੌਦਾ ਕਰਨ ਲਈ? ਸ਼੍ਰੀ ਮਹਿਤਾ ਕਾਲੂ ਨੂੰ ਇੰਨਾ ਗੁੱਸਾ ਆਇਆ ਕਿ ਉਹਨਾਂ ਨੇ ਗੁਰੂ ਜੀ ਦੇ ਉੱਪਰ ਹੱਥ ਚੱਕ ਦਿੱਤਾ। ਗੁਰੂ ਜੀ ਚੁੱਪਚਾਪ ਖੜੇ ਰਹੇ, ਪਰ ਉਹਨਾਂ ਦੀਆਂ ਅੱਖਾਂ ਵਿੱਚ ਆਂਸੂ ਟਪਕ ਰਹੇ ਸਨ। ਐਸੇ ਵਿੱਚ ਰਾਏ ਬੁਲਾਰ ਨੂੰ ਪੂਰੀ ਘਟਨਾ ਦਾ ਪਤਾ ਚੱਲਿਆ। ਇਹ ਕੀ ਅਨਰਥ ਹੋ ਰਿਹਾ ਹੈ? ਮੇਰੇ ਰਾਜ ਵਿੱਚ ਇੱਕ ਦਿਵਯ ਬਾਲਕ ਤੇ ਅਤਿਆਚਾਰ ਹੋ ਰਿਹਾ ਹੈ। ਕਾਲੂ ਅਤੇ ਨਾਨਕ ਨੂੰ ਇੱਥੇ ਬੁਲਾ ਕੇ ਲਾਓ। ਗੁਰੂ ਜੀ ਉੱਥੇ ਆਪਣੇ ਪਿਤਾ ਜੀ ਦੇ ਨਾਲ ਪਹੁੰਚੇ। ਰਾਏ ਬੁਲਾਰ ਨੂੰ ਗੁਰੂ ਜੀ ਦੇ ਦੇਵੀ ਹੋਣ ਦਾ ਆਭਾਸ ਸੀ। ਉਹ ਉਹਨਾਂ ਨੂੰ ਕਹਿਣ ਲੱਗੇ, ਓ ਨਾਨਕ, ਮੈਨੂੰ क्षमा ਕਰ ਦਿਓ, ਮੇਰੇ ਰਾਜ ਵਿੱਚ ਤੁਹਾਡੇ ਤੇ ਅਤਿਆਚਾਰ ਹੋ ਰਿਹਾ ਹੈ। ਇਸ ਪਿੱਛੋਂ ਰਾਏ ਬੁਲਾਰ ਸ਼੍ਰੀ ਮਹਿਤਾ ਕਾਲੂ ਜੀ ਨੂੰ ਕਹਿਣ ਲੱਗੇ, ਕਾਲੂ, ਤੁਸੀਂ ਨਿਰਦਈ ਹੋ। ਤੁਸੀਂ ਇਹ ਨਹੀਂ ਜਾਣਦੇ ਕਿ ਤੁਹਾਡੇ ਘਰ ਇੱਕ ਸੰਤ ਪੈਦਾ ਹੋਏ ਹਨ। ਤੁਹਾਨੂੰ ਈਸ਼ਵਰ ਦਾ ਬਿਲਕੁਲ ਡਰ ਨਹੀਂ ਹੈ। ਰਾਏ ਬੁਲਰ ਸਾਹਿਬ, ਤੁਸੀਂ ਸਾਡੇ ਮਾਲਿਕ ਹੋ। ਮੈਂ ਆਪ ਨਾਲ ਬਹਿਸ ਨਹੀਂ ਕਰ ਸਕਦਾ, ਪਰ ਮੈਂ ਨਾਨਕ ਨੂੰ ਵਪਾਰ ਕਰਨ ਲਈ ਪੈਸੇ ਦਿੱਤੇ ਸਨ, ਖਰਾ ਸੌਦਾ ਕਰਨ ਲਈ ਪੈਸੇ ਦਿੱਤੇ ਸਨ। ਜੇਕਰ ਉਹ ਪੈਸੇ ਕਮਾ ਕਰ ਦਾਨ ਦੇ ਦਿੱਤਾ ਤਾਂ ਮੈਨੂੰ ਕੋਈ ਇਤਰਾਜ਼ ਨਹੀਂ ਹੁੰਦਾ, ਪਰ ਉਸਨੇ ਤਾਂ ਮੇਰੇ ਦਿਏ ਪੈਸੇ ਨੂੰ ਹੀ ਦਾਨ ਵਿੱਚ ਦੇ ਦਿੱਤਾ। ਇਸ ਕਾਰਨ ਮੈਂ ਇਸ ਨਾਲ ਕ੍ਰੋਧਿਤ ਹਾਂ ਤੇ ਇਸ ਕਾਰਨ ਹੀ ਮੈਂ ਇਸ ਤੋਂ ਹੱਥ ਚੱਕਿਆ ਹੈ।
ਪਟਵਾਰੀ ਜੀ ਜਰਾ ਸੋਚੋ, ਤੁਸੀਂ ਇਸ ਨੂੰ ਖਰਾ ਸੌਦਾ ਕਰਨ ਲਈ ਭੇਜਿਆ ਸੀ। ਇਸ ਨੇ ਤਾਂ ਤੁਹਾਡਾ ਧਨ ਸਾਧੂਆਂ ਦੀ ਭੁੱਖ ਮਿਟਾਉਣ ਲਈ ਖਰਚ ਕੀਤਾ ਸੀ। ਇਹ ਸੋਚੋ, ਇਹ ਕਿਹਾ ਜਾਂਦਾ ਹੈ ਕਿ ਜੇਕਰ ਤੁਸੀਂ ਦਾਨ ਕਰਦੇ ਹੋ ਤਾਂ ਉਸ ਦਾ 10 ਗੁਣਾ ਤੁਹਾਨੂੰ ਵਾਪਿਸ ਮਿਲਦਾ ਹੈ ਤੇ 70 ਗੁਣਾ ਅਗਲੇ ਜਨਮ ਵਿੱਚ ਮਿਲਦਾ ਹੈ। ਜੋ ਨਾਨਕ ਨੇ ਸੌਦਾ ਕੀਤਾ ਹੈ ਉਸ ਤੋਂ ਅਧਿਕ ਖਰਾ ਸੌਦਾ ਹੋ ਹੀ ਨਹੀਂ ਸਕਦਾ। ਇਹ ਲੋ 20 ਰੁਪਏ ਜੋ ਤੁਸੀਂ ਨਾਨਕ ਨੂੰ ਦਿੱਤੇ ਸੀ। ਰਾਏ ਸਾਹਿਬ, ਮੈਂ ਆਪ ਜੀ ਦੇ ਪੈਸੇ ਕਿਵੇਂ ਲੈ ਸਕਦਾ ਹਾਂ? ਮੈਂ ਨਾਨਕ ਤੋਂ ਕਰਜ਼ ਲਿਆ ਸੀ, ਉਹ ਹੀ ਚੁਕਾ ਰਿਹਾ ਹਾਂ। ਪਰ ਨਾਨਕ ਨੇ ਤਾਂ ਕਦੀ ਕਮਾਇਆ ਹੀ ਨਹੀਂ। ਨਾਨਕ ਈਸ਼ਵਰ ਦਾ ਰੂਪ ਹਨ। ਮੇਰੇ ਕੋਲ ਜੋ ਵੀ ਹੈ ਉसी ਦੀ ਹੀ ਦੇਣ ਹੈ। ਦੋਨੋਂ ਪਿਤਾ ਪੁੱਤਰ अपने घर चले गए। सतनाम श्री वाहिगुरु। अगर आपको यह साखी पसंद आई तो हमारा चैनल ज़रूर सब्सक्राइब करें, हमें सपोर्ट करने के लिए ज्वाइन करें या डिस्क्रिप्शन में दी गई सपोर्ट ऑप्शंस को देखें। वीडियो को ज़्यादा से ज़्यादा लोगों में शेयर करें। सतनाम श्री वाहिगुरु।